ਗੁਰਗਿਆਨ ਟੀਵੀ ਦੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪਿਛਲੇ 2 ਹਫ਼ਤਿਆਂ ਤੋਂ ਆਪਾਂ ਇੱਕ ਹਫ਼ਤਾਵਾਰੀ ਐਪੀਸੋਡ ਸ਼ੁਰੂ ਕੀਤਾ ਹੈ, ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਸਾਡੇ ਨਾਲ ਪੰਜਾਬ ਤੋਂ ਇੰਜੀਨੀਅਰ ਹਰਜੋਤ ਸਿੰਘ ਜੀ ਸੰਗਤਾਂ ਦੇ ਰੂਬਰੂ ਹੁੰਦੇ ਨੇ। ਆਓ ਉਹਨਾਂ ਨੂੰ ਪਹਿਲਾਂ ਜੀਓ ਆਇਆਂ ਨੂੰ ਕਹੀਏ। ਵੀਡੀਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਹਾਂਜੀ ਵੀਡੀਓ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜੀਓ ਆਇਆਂ ਨੂੰ। ਬਹੁਤ ਧੰਨਵਾਦ। ਪਿਛਲੇ 2 ਹਫ਼ਤੇ ਤੁਹਾਡੇ ਐਪੀਸੋਡ ਸਾਡੇ ਦਰਸ਼ਕਾਂ ਨੇ, ਸਾਡੇ ਪੇਰੈਂਟਸ ਨੇ ਸੁਣੇ, ਬਹੁਤ ਪਸੰਦ ਕੀਤੇ। ਬੱਚੇ ਵੀ ਵਿਦੇਸ਼ਾਂ ਦੇ ਬਹੁਤ ਪਸੰਦ ਕਰ ਰਹੇ ਨੇ ਤੁਹਾਡਾ ਸਾਖੀ ਸੁਣਾਉਣ ਦਾ ਅੰਦਾਜ਼। ਤੁਸੀਂ ਜਿੱਥੇ ਪਹਿਲੇ ਐਪੀਸੋਡ ਦੇ ਵਿੱਚ ਤੁਹਾਡੇ ਬਾਰੇ ਇੰਟਰੋਡਕਸ਼ਨ ਜਿਹੜੀ ਹੈ ਸਾਡੇ ਦਰਸ਼ਕਾਂ ਨੇ ਤੁਹਾਡੇ ਬਾਰੇ ਜਾਣਿਆ, ਉਸ ਤੋਂ ਬਾਅਦ ਦੂਸਰੇ ਐਪੀਸੋਡ ਦੇ ਵਿੱਚ ਗੁਰੂ ਸਾਹਿਬ ਦੇ ਰੀਅਲ ਦਰਸ਼ਨ ਤੁਸੀਂ ਸਾਖੀ ਬਾਖੂਬ ਪੇਸ਼ ਕੀਤੀ ਔਰ ਸੰਗਤਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਗੁਰੂ ਪਾਤਸ਼ਾਹ ਦੀ ਜੋ ਪੜ੍ਹਾਈ ਹੈ ਉਹਦੇ ਬਾਰੇ ਜੋ ਸਾਖੀ ਹੈ ਉਹ ਅੱਜ ਸੰਗਤਾਂ ਦੇ ਨਾਲ, ਦਰਸ਼ਕਾਂ ਦੇ ਨਾਲ ਰੂਬਰੂ ਕਰਨੀ ਹੈ। ਮੈਂ ਦਰਸ਼ਕਾਂ ਨੂੰ ਇੱਕ ਬੇਨਤੀ ਕਰਾਂ ਕਿ ਹਰ ਬੰਦਾ ਤਕਰੀਬਨ ਜ਼ਿੰਦਗੀ ਦੇ ਵਿੱਚ ਪਬਲਿਕ ਓਪੀਨੀਅਨ ਦੇ ਵਿੱਚ ਜੀਵਨ ਜਿਉ ਰਿਹਾ ਹੈ ਤੇ ਹਰ ਬੰਦੇ ਦੇ ਉੱਪਰ ਪਬਲਿਕ ਓਪੀਨੀਅਨ ਇਤਨਾ ਹਾਵੀ ਹੁੰਦਾ ਹੈ ਕਿ ਉਹ ਜਦੋਂ ਕੁਝ ਕਰਨਾ ਚਾਹੁੰਦਾ ਤੇ ਉਹ ਪਬਲਿਕ ਓਪੀਨੀਅਨ ਜਿਹੜਾ ਹੈ ਉਹ ਉਸ ਨੂੰ ਪ੍ਰੈਸ਼ਰਾਈਜ਼ ਕਰਦਾ ਹੈ ਤੇ ਇਸ ਲਈ ਬੰਦਾ ਜੋ ਕਰਨਾ ਹੈ ਉਹ ਬਹੁਤਾ ਕੁਝ ਕਰ ਨਹੀਂ ਪਾਉਂਦਾ। ਇਹਨੂੰ ਆਮ ਸ਼ਬਦਾਂ ਵਿੱਚ ਕਿਹਾ ਜਾਂਦਾ ਹੈ ਕਿ ਲੋਕ ਲਾਜ ਨੂੰ ਸਾਹਮਣੇ ਰੱਖ ਕੇ ਜਿਉਣਾ। ਵੈਸੇ ਤੇ ਇੱਕ ਸੱਜਣ ਨੇ ਪਿੱਛੇ ਜਿਹੇ ਇੱਕ ਪੋਸਟ ਪਾਈ ਸੀ, ਬੜੀ ਸੋਹਣੀ ਉਹਨੇ ਗੱਲ ਲਿਖੀ। ਉਹ ਕਹਿੰਦਾ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਕਿ ਲੋਕ ਕੀ ਕਹਿਣਗੇ ਜਾਂ ਲੋਕ ਇਸ ਨੂੰ ਪਸੰਦ ਕਰਨਗੇ ਕਿ ਨਹੀਂ ਕਰਨਗੇ, ਕਹਿੰਦੇ ਪਿਆਰਿਓ ਅਖੀਰਲੇ ਸਮੇਂ ਤੇ 4 ਜਾਣੇ ਚਾਹੀਦੇ ਨੇ ਮੋਢਾ ਦੇਣ ਵਾਸਤੇ ਤੇ ਅਸੀਂ ਐਵੇਂ ਹੀ ਲੋਕ ਲਾਜ ਨੂੰ ਸਾਹਮਣੇ ਰੱਖ ਕੇ ਜਿਹੜੇ ਫੈਸਲੇ ਲੋਕਾਂ ਦੇ ਨਾਲ ਤੁਰਦੇ ਆ। ਇੱਕ ਵਿਦਵਾਨ ਸੱਜਣ ਨੇ ਬੜੀ ਕਮਾਲ ਦੀ ਬਾਤ ਕਹੀ ਹੈ, ਇੱਕ तो वो है जो बदलते हैं जमाने के साथ साथ, मर्द वो है जो जमाने को बदल देते हैं। ਜਿਹੜੇ ਪਬਲਿਕ ਓਪੀਨੀਅਨ ਦੇ ਪਿੱਛੇ ਲੱਗ ਕੇ, ਲੋਕ ਲਾਜ ਦੇ ਪਿੱਛੇ ਲੱਗ ਕੇ ਚੱਲਣ ਵਾਲੇ ਕਦੀ ਤਬਦੀਲੀਆਂ ਨਹੀਂ ਲਿਆ ਸਕਦੇ, ਨਾ ਉਹ ਆਪਣੇ ਘਰ ਵਿੱਚ, ਨਾ ਬੱਚਿਆਂ ਵਿੱਚ, ਨਾ ਸਮਾਜ ਵਿੱਚ। ਅਗਰ ਕੋਈ ਸਮਾਜ ਵਿੱਚ ਚੇਂਜ ਲਿਆਉਣੀ ਹੈ, ਤਬਦੀਲੀ ਲਿਆਉਣੀ ਹੈ, ਜਾਂ ਜਿਹੜੀਆਂ ਵੱਡੀਆਂ ਪਰੰਪਰਾਵਾਂ ਨੇ, ਕਰਮ ਕਾਂਡ ਹੈ ਬਣ ਕੇ ਲੋਕਾਂ ਦੇ ਸਾਹਮਣੇ ਆ ਚੁੱਕੀਆਂ ਨੇ ਔਰ ਦੇਖਣ ਨੂੰ ਲੱਗਦਾ ਹੈ ਧਰਮ ਹੈ ਤੇ ਐਕਚੁਅਲੀ ਉਹ ਐਮਟੀ ਰਿਚੁਅਲਸ ਬਣਦੀਆਂ ਨੇ। ਅਗਰ ਉਹ ਵੱਡੀਆਂ ਪਰੰਪਰਾਵਾਂ ਨੂੰ ਚੈਲੰਜ ਕਰਨਾ ਹੈ, ਲੋਕਾਂ ਨੂੰ ਅਸਲੀਅਤ ਸਮਝਾਉਣੀ ਹੈ ਤੇ ਲੋਕ ਲਾਜ ਤੋਂ ਉੱਪਰ ਉੱਠਣਾ ਪਵੇਗਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੜੀ ਪਿਆਰੀ ਪੰਕਤੀ ਹੈ। ਮੈਂ ਇੱਕ ਗੱਲ ਦਰਸ਼ਕਾਂ ਦੇ ਨਾਲ ਸਾਂਝੀ ਕਰ ਲਵਾਂ ਕਿ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਤੇ ਉਹਦਾ ਇੱਕ ਕਨਸੈਪਟ ਹੈ ਕਿ ਤੂੰ ਗੁਰੂ ਸਾਹਿਬ ਦੇ ਸਾਹਮਣੇ ਬੈਠ, ਗੁਰਬਾਣੀ ਰਾਹੀਂ ਗੁਰੂ ਸਾਹਿਬ ਤੈਨੂੰ ਕੁਝ ਦੱਸਦੇ ਨੇ ਤੇ ਉਹਨੂੰ ਮੰਨ। ਪਰ ਇੱਕ ਪੰਕਤੀ ਐਸੀ ਹੈ ਜਿਸ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਮੇਰੇ ਵੱਲ ਆਉਣ ਤੋਂ ਪਹਿਲਾਂ ਆਹ ਗੱਲ ਸੋਚ ਕੇ ਆਈ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀ ਜੈ, ਸਿਰ ਦੀਜੈ ਕਾਣ ਨਾ ਕੀਜੈ। ਕਾਣ ਨਾ ਕੀਜੈ ਹੁੰਦਾ ਹੈ ਵਾਈ ਡੂ ਯੂ ਪੇ ਅਟੈਂਸ਼ਨ ਟੂ ਪਬਲਿਕ ਓਪੀਨੀਅਨ। ਤੂੰ ਲੋਕ ਲਾਜ ਵੱਲ ਇਤਨਾ ਜਿਹੜਾ ਹੈ ਕਿਉਂ ਜਿਹੜਾ ਧਿਆਨ ਕਰ ਰਹੇ ਹੈ। ਇਸ ਆਪਣੀ ਮਤ ਨੂੰ ਜਿਹੜੀ ਹੈ ਉਹ ਤਲੀ ਤੇ ਰੱਖ ਕੇ ਗੁਰੂ ਦੇ ਦਰ ਤੇ ਆ, ਗੁਰੂ ਦੇ ਨਾਲ ਪ੍ਰੇਮ ਦੀ ਖੇਲ ਖੇਲ। ਉਹ ਤਾਂ ਹੀ ਲੱਗੇ ਬਣੇਗੀ ਜੇ ਜ਼ਿੰਦਗੀ ਦਾ ਅਸਲੀ ਮਕਸਦ ਪਤਾ ਲੱਗ ਜਾਏਗਾ। ਆਮ ਲੋਕਾਂ ਨੂੰ ਇਦਾਂ ਲੱਗਦਾ ਹੈ ਕਿ ਪੜ੍ਹਾਈ ਕਰ ਲਈ, ਨੌਕਰੀ ਕਰ ਲਈ, ਨੌਕਰੀ ਮਿਲ ਗਈ, ਬਿਜ਼ਨਸ ਮਿਲ ਗਿਆ ਤੇ ਪਤਾ ਨਹੀਂ ਕਿਤਨਾ ਕੁਝ ਹੋ ਗਿਆ। ਕਹਿੰਦੇ ਨੇ ਇੱਕ ਵਿਅਕਤੀ ਇਦਾਂ ਦਮਗਜ਼ੇ ਮਾਰ ਰਿਹਾ ਸੀ ਕਿ ਮੈਂ ਬਹੁਤ ਸਾਰੀ ਪ੍ਰਾਪਰਟੀ ਬਣਾਈ, ਘਰ ਬਣਾਇਆ, ਬੱਚਿਆਂ ਨੂੰ ਵੈਲ ਸੈਟਲਡ ਕੀਤਾ। ਇੱਕ ਵਿਦਵਾਨ ਸੱਜਣ ਕਹਿੰਦਾ ਇਹ ਤਾਂ ਚਿੜੀਆਂ ਵੀ ਕਰ ਗਈਆਂ, ਤੂੰ ਅੱਗੇ ਬੋਲ। ਜ਼ਿੰਦਗੀ ਦੇ ਮਕਸਦ ਗੁਰਬਾਣੀ ਵਿੱਚੋਂ, ਜ਼ਿੰਦਗੀ ਦੇ ਮਕਸਦ ਗੁਰ ਇਤਿਹਾਸ ਦੇ ਵਿੱਚੋਂ, ਗੁਰੂ ਵਿਰਸੇ ਵਿੱਚੋਂ ਸਾਨੂੰ ਸਮਝ ਲੱਗਦੇ ਨੇ। ਸ਼ੁਕਰ ਵਾਹਿਗੁਰੂ ਜੀ ਦਾ ਹਰ ਹਫ਼ਤੇ ਇੰਜੀਨੀਅਰ ਵੀਰ ਜੀ ਹਰਜੋਤ ਸਿੰਘ ਜੀ ਸਾਡੇ ਬੱਚਿਆਂ ਦੇ ਨਾਲ ਵਿਸ਼ੇਸ਼ ਤੌਰ ਤੇ ਇੱਕ ਸਾਖੀ ਸਾਂਝੀ ਕਰਦੇ ਨੇ। ਆਓ ਅੱਜ ਫਿਰ ਉਹ ਤੁਹਾਡੇ ਨਾਲ ਰੂਬਰੂ ਹੋ ਰਹੇ ਨੇ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਇਸ ਐਪੀਸੋਡ ਰਾਹੀਂ। ਵੀਰ ਜੀ ਤੁਹਾਨੂੰ ਜੀਓ ਆਇਆਂ ਨੂੰ। ਅੱਜ ਫਿਰ ਸਾਡੇ ਬੱਚਿਆਂ ਨਾਲ, ਸਾਡੇ ਦਰਸ਼ਕਾਂ ਨਾਲ, ਮਾਪਿਆਂ ਦੇ ਨਾਲ ਗੁਰੂ ਕੀ ਸਾਖੀ
ਸਾਂਝੀ ਕਰੋ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ 7 ਸਾਲ ਦੇ ਹੋਏ। ਆਪ ਜੀ ਦੇ ਪਿਤਾ ਜੀ ਆਪ ਜੀ ਨੂੰ ਪਾਂਧੇ ਪਾਸ ਲੈ ਗਏ। ਪਾਂਧਾ ਜਿੱਥੇ ਆਪਣੇ ਬਾਲਕਾਂ ਨੂੰ ਪੱਟੀ ਸਿਖਾਉਂਦਾ ਹੈ, ਉੱਥੇ ਲੇਖਾ ਵੀ ਸਿਖਾਉਂਦਾ ਹੈ, ਲੇਖਾ ਕਰਨਾ ਸਿਖਾਉਂਦਾ। ਜਦੋਂ ਸਤਿਗੁਰੂ ਜੀ ਨੂੰ ਪਾਂਧੇ ਪਾਸ ਭੇਜਿਆ ਗਿਆ, ਇੱਥੇ ਹਰ ਇੱਕ ਸੌਰੀ ਛੋਟਾ ਜਿਹਾ ਇੰਟਰਪਟ ਕਰ ਰਿਹਾ। ਮੈਂ ਸਾਡੇ ਦਰਸ਼ਕਾਂ ਨੂੰ ਖਾਸ ਤੌਰ ਤੇ ਸਾਡੇ ਜਿਹੜੇ ਫੋਰਨਰ ਬੱਚੇ ਨੇ ਉਹਨਾਂ ਲਈ ਦੱਸ ਦਈਏ ਕਿ ਜਿਹੜਾ ਵੀਰ ਜੀ ਨੇ ਲੇਖੇ ਦੀ ਗੱਲ ਕੀਤੀ ਹੈ, ਇੱਕ ਤਰ੍ਹਾਂ ਨਾਲ ਅਕਾਊਂਟੈਂਟ ਦਾ ਸਿਲੇਬਸ ਹੈ। ਉਹਨਾਂ ਜ਼ਮਾਨਿਆਂ ਦੇ ਵਿੱਚ ਪਹਾੜੇ ਪੜ੍ਹਾਏ ਜਾਂਦੇ ਸੀ। ਉਹ ਪਹਾੜੇ ਅੱਜ ਦੇ ਪਹਾੜਾਂ ਨਾਲ ਬਹੁਤ ਅੱਗੇ ਸੀ। ਆਪਾਂ ਸਾਰੇ ਜਾਣਦੇ ਹਾਂ, ਸਾਡੇ ਜਿਹੜੇ ਫੋਰਨਰ ਬੱਚੇ ਨੇ ਨਾ, ਇਹਨਾਂ ਤੇ ਸੱਚੀ ਜੇ ਇਹਨਾਂ ਨੇ ਗੁਣਾ ਕਰਨੀ ਹੈ, ਭਾਗ ਕਰਨਾ ਹੈ, ਤੇ ਇਹਨਾਂ ਤੋਂ ਕੈਲਕੂਲੇਟਰ ਤੋਂ ਬਿਨਾਂ ਹੁੰਦਾ ਨਹੀਂ। ਤੇ ਉਹਨਾਂ ਜ਼ਮਾਨਿਆਂ ਦੇ ਵਿੱਚ 7.5 ਨੂੰ 15.5 ਨਾਲ ਗੁਣਾ ਕਰਕੇ ਕਿੰਨਾ ਬਣੇਗਾ, 25 ਨੂੰ 36.5 ਨਾਲ ਕਿਵੇਂ ਬਣੇਗਾ, ਬੜਾ ਔਖਾ ਸੀ, ਜਿਹੜਾ ਦਿਮਾਗ ਦੇ ਵਿੱਚ ਵੱਸ ਜਾਂਦਾ ਸੀ। ਉਹ ਜਿਹੜਾ ਲੇਖਾ ਵੀਰ ਦੀ ਗੱਲ ਕਰ ਰਹੇ ਨੇ, ਉਹ ਇੱਕ ਅਕਾਊਂਟ ਕਹਿ ਲਓ, ਮੈਥਮੈਟਿਕਸ ਤੋਂ ਲੈ ਕੇ ਫਿਰ ਅਕਾਊਂਟੈਂਟ ਤੱਕ ਦਾ ਸਿਲੇਬਸ ਉਸ ਵੇਲੇ ਦਾ ਸੀ। ਜਿਹੜੀ ਇਹਨਾਂ ਨੇ ਪੱਟੀ ਦੀ ਗੱਲ ਕੀਤੀ ਹੈ, ਉਹ ਲੈਂਗੁਏਜ ਜਿਵੇਂ ਆਪਾਂ ਇੱਥੇ ਦੇਖਦੇ ਹਾਂ, ਇੰਗਲਿਸ਼ ਜਿਹੜੀ ਆ ਉਹ ਫਸਟ ਲੈਂਗੁਏਜ ਹੈ। ਸ਼ੁਕਰ ਵਾਹਿਗੁਰੂ ਦਾ ਕੈਨੇਡਾ ਦੇ ਵਿੱਚ ਤਾਂ ਪੰਜਾਬੀ ਨੂੰ ਵੀ ਬਹੁਤ ਵੱਡੀ ਥਾਂ ਮਿਲੀ ਹੋਈ ਹੈ। ਸ਼ਹਿਰਾਂ ਦੇ ਵਿੱਚ ਸੜਕਾਂ, ਸਾਡੇ ਮੇਨ ਹਾਈਵੇ ਦੇ ਉੱਪਰ ਸੜਕਾਂ ਜਿਹੜੀਆਂ ਨੇ, ਗਲੀਆਂ ਦੇ ਨਾਮ ਜਿਹੜੇ ਆ ਉਹ ਪੰਜਾਬੀ ਦੇ ਵਿੱਚ, ਸ਼ੁਕਰ ਵਾਹਿਗੁਰੂ ਸੱਚੇ ਪਾਤਸ਼ਾਹ ਦਾ। ਤਾਂ ਖੈਰ ਮੈਂ ਇਹ ਬੱਚਿਆਂ ਦੇ ਲਈ ਦੱਸ ਰਿਹਾ ਕਿ ਜਦੋਂ ਗੁਰੂ ਪਾਤਸ਼ਾਹ ਪੜ੍ਹਨ ਜਾਂਦੇ ਨੇ, ਉੱਥੇ ਮੇਨ ਜਿਹੜੀ ਲੈਂਗੁਏਜ ਸੀ ਉਹ ਅਤੇ ਮੈਥਮੈਟਿਕਸ ਅਕਾਊਂਟ ਦਾ ਸਿਲੇਬਸ ਜੋ ਪੜ੍ਹ ਰਹੇ ਸਨ। ਵੀਰ ਜੀ ਉਹਦੀ ਗੱਲ ਕਰ ਰਹੇ ਸੀ। ਹਾਂਜੀ, ਸੌਰੀ ਫਾਰ ਇੰਟਰਪਸ਼ਨ। ਵੀਰ ਜੀ ਲਾਗੂ ਰੱਖੋ ਜੀ। ਹਰ ਅਧਿਆਪਕ ਦਾ ਇੱਕ ਤਰੀਕਾ ਹੁੰਦਾ ਬੱਚਿਆਂ ਨੂੰ ਮੋਟੀਵੇਟ ਕਰਨ। ਹਾਂਜੀ, ਅੱਜ ਵੀ ਜਦੋਂ ਅਸੀਂ ਸਕੂਲਾਂ ਦੇ ਵਿੱਚ ਪੜ੍ਹਨ ਜਾਂਦੇ ਹਾਂ, ਤੇ ਅਕਸਰ ਅਧਿਆਪਕ ਪਹਿਲੇ ਦਿਨ ਜਦੋਂ ਆਪਣੇ ਬੱਚੇ ਨਾਲ ਵਿਚਰਦਾ ਹੈ, ਤੇ ਉਹਨੂੰ ਪਹਿਲੇ ਦਿਨ ਮੋਟੀਵੇਟ ਕਰਦਾ ਹੈ ਪੜ੍ਹਨ ਲਈ। ਗੁਰੂ ਨਾਨਕ ਸਾਹਿਬ ਨਾਲ ਵੀ ਇਸ ਤਰ੍ਹਾਂ ਹੀ ਹੋਇਆ। ਪਾਂਧਾ ਮੋਟੀਵੇਟ ਕਰ ਰਿਹਾ ਗੁਰੂ ਨਾਨਕ ਸਾਹਿਬ ਨੂੰ ਪੜ੍ਹਨ ਲਈ, ਪਰ ਪਾਂਧਾ ਸ਼ਬਦ ਵਰਤਦਾ ਹੈ, ਨਾਨਕ ਤੂੰ ਪੜ੍ਹ, ਜੇ ਪੜ੍ਹੇਗਾ ਚੰਗੇ ਅਹੁਦੇ ਤੇ ਪਹੁੰਚੇਗਾ, ਔਰ ਜੇ ਤੂੰ ਚੰਗੇ ਅਹੁਦੇ ਤੇ ਪਹੁੰਚ ਗਿਆ ਤੇ ਤੂੰ ਸਫਲ ਹੋਵੇ। ਜਦੋਂ ਪਾਂਧੇ ਨੇ ਇਹ ਸ਼ਬਦ ਵਰਤੇ ਤੇ ਗੁਰੂ ਨਾਨਕ ਸਾਹਿਬ ਜਵਾਬ ਦਿੰਦੇ ਨੇ, ਕਹਿਣ ਲੱਗੇ, ਪਾਂਧਾ ਜੀ, ਮੈਂ ਪੜਾਂਗਾ ਵੀ ਜ਼ਰੂਰ, ਔਰ ਲੋੜ ਪਈ ਤਾਂ ਉੱਚੇ ਅਹੁਦੇ ਤੇ ਵੀ ਪਹੁੰਚਾਂਗਾ, ਪਰ ਮੈਂ ਇਸ ਗੱਲ ਨਾਲ ਨਹੀਂ ਸਹਿਮਤ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਉੱਚੇ ਅਹੁਦੇ ਤੇ ਪਹੁੰਚਾਂਗਾ ਤਾਂ ਸਫਲਤਾ ਹੈ। ਕੀ ਬਾਤ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਉੱਚੇ ਅਹੁਦੇ ਤੇ ਪਹੁੰਚਣਾ ਸਫਲਤਾ ਨਹੀਂ। ਉੱਚੇ ਅਹੁਦੇ ਤੇ ਪਹੁੰਚ ਕੇ ਜੇ ਮੈਂ ਆਪਣੇ ਫਰਜ਼ ਨੂੰ ਚੰਗੀ ਤਰ੍ਹਾਂ ਨਿਭਾਵਾਂਗਾ, ਔਰ ਉੱਚੇ ਅਹੁਦੇ ਤੇ ਪਹੁੰਚ ਕੇ ਪ੍ਰਮਾਤਮਾ ਦੀ ਯਾਦ ਨਾਲ ਜੁੜਾਂਗਾ, ਫੇਰ ਮੈਂ ਸਫਲਤਾ ਮੰਨਾਂਗਾ। ਇਹ ਅਸਲ ਸਫਲਤਾ ਹੈ। ਮਹਾਰਾਜ ਨੇ ਇੱਕ ਦ੍ਰਿਸ਼ਟਾਂਤ ਦਿੱਤਾ, ਕਹਿੰਦੇ ਇੱਕ ਅੰਬ ਦਾ ਬੂਟਾ ਬੜਾ ਉੱਚਾ ਹੋਵੇ, ਔਰ ਇੰਨਾ ਉੱਚਾ ਹੋ ਕੇ ਵੀ ਉਸ ਬੂਟੇ ਤੇ ਹਰਿਆਵਲ ਨਹੀਂ, ਕੋਈ ਫਲ ਨਹੀਂ ਲੱਗਾ, ਤਾਂ ਕਦੀ ਉਸ ਦਰਖਤ ਨੂੰ ਅਸੀਂ ਸਫਲ ਨਹੀਂ ਕਹਿ ਸਕਦੇ। ਅੰਬ ਦੇ ਬੂਟੇ ਦੀ ਸਫਲਤਾ ਤਾਂ ਅੰਬਾਂ ਦੇ ਬੂਰ ਲੱਗਣ 'ਚ ਹੈ। ਜੇ ਕੋਈ ਇਨਸਾਨ ਉੱਚੇ ਅਹੁਦੇ ਤੇ ਪਹੁੰਚ ਗਿਆ ਹੈ, ਪਰ ਆਪਣਾ ਫਰਜ਼ ਹੀ ਨਹੀਂ ਨਿਭਾ ਰਿਹਾ, ਤਾਂ ਉਹ ਉੱਚੇ ਅਹੁਦੇ ਤੇ ਪਹੁੰਚਣਾ ਵੀ ਕੋਈ ਸਫਲਤਾ ਨਹੀਂ, ਉਹਨੂੰ ਜ਼ਿੰਦਗੀ ਦੇ ਵਿੱਚ ਫੇਲ ਹੀ ਮੰਨਾ। ਮਹਾਰਾਜ ਨੇ ਸਪਸ਼ਟ ਕਿਹਾ, ਕਹਿਣ ਲੱਗੇ, ਪਾਂਧਾ ਜੀ, ਰਾਜਾ ਬਣ ਜਾਣਾ ਸਫਲਤਾ ਨਹੀਂ, ਰਾਜਾ ਬਣ ਕੇ ਪ੍ਰਜਾ ਦੀ ਸੇਵਾ ਕਰਨਾ ਸਫਲਤਾ ਹੈ। ਵੈਦ ਬਣ ਜਾਣਾ ਸਫਲਤਾ ਨਹੀਂ, ਵੈਦ ਬਣ ਕੇ, ਡਾਕਟਰ ਬਣ ਕੇ ਇਮਾਨਦਾਰੀ ਨਾਲ ਇਲਾਜ ਕਰਨਾ ਸਫਲਤਾ ਹੈ। ਪਟਵਾਰੀ ਬਣ ਜਾਣਾ, ਅਕਾਊਂਟੈਂਟ ਬਣ ਜਾਣਾ ਸਫਲਤਾ ਨਹੀਂ, ਅਕਾਊਂਟੈਂਟ ਬਣ ਕੇ ਇਮਾਨਦਾਰੀ ਦੇ ਨਾਲ ਲੇਖਾ ਕਰਨਾ ਸਫਲਤਾ ਹੈ। ਉੱਚੇ ਅਹੁਦੇ ਤੇ ਪਹੁੰਚ ਜਾਣਾ ਸਫਲਤਾ ਨਹੀਂ, ਉੱਚੇ ਅਹੁਦੇ ਤੇ ਪਹੁੰਚ ਕੇ ਇਨਸਾਨੀਅਤ ਵੀ ਰੱਖਣੀ, ਇਹ ਸਫਲਤਾ ਹੈ। ਉੱਚੇ ਅਹੁਦੇ ਤੇ ਤਾਂ ਬੜੇ ਪਹੁੰਚ ਗਏ, ਪਰ ਉੱਚੇ ਅਹੁਦੇ ਤੇ ਪਹੁੰਚ ਕੇ ਆਪਣੀ ਜਿਹੜਾ ਫਰਜ਼ ਹੈ ਉਹ ਕੀ ਵਿਰਲੇ ਹੀ ਨਿਭਾਉਂਦੇ ਨੇ, ਔਰ ਉਹਨਾਂ ਵਿਰਲਿਆਂ ਨੂੰ ਹੀ ਅਸੀਂ ਸਫਲ ਕਹਿ ਦਿੰਦੇ। ਗੁਰੂ ਨਾਨਕ ਸਾਹਿਬ ਜੀ ਦੇ ਇਸ ਜੀਵਨ ਤੋਂ ਇੱਕ ਗੱਲ ਸਮਝ ਪੈਂਦੀ ਹੈ ਕਿ ਅੱਜ ਦੀ ਦੁਨੀਆ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ, ਸਾਡੀ ਸਫਲਤਾ ਦੇ ਪੈਰਾਮੀਟਰ ਸਿਰਫ ਇਹ ਹੋ ਗਏ ਨੇ ਕਿ ਕੌਣ ਕਿਹੜੀ ਪਦਵੀ ਤੇ ਪਹੁੰਚ ਗਿਆ। ਕੋਈ ਰਾਜਾ ਬਣ ਗਿਆ ਹੈ, ਕੋਈ ਮੰਤਰੀ ਬਣ ਗਿਆ ਹੈ, ਕੋਈ ਕਲੈਕਟਰ ਬਣ ਗਿਆ ਹੈ, ਕੋਈ ਡਾਕਟਰ ਬਣ ਗਿਆ ਹੈ, ਕੋਈ ਇੰਜੀਨੀਅਰ ਬਣ ਗਿਆ ਹੈ, ਉੱਚੇ ਅਹੁਦੇ ਤੇ ਪਹੁੰਚ ਗਿਆ ਹੈ, ਤੇ ਅਕਸਰ ਲੋਕ ਗੱਲਾਂ ਕਰਨ ਲੱਗ ਪੈਂਦੇ ਨੇ ਵੀ ਇਹ ਬੰਦਾ ਸਫਲ ਹੋ ਗਿਆ, ਇਹ ਬੰਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਕਸੈਸ ਹਾਸਲ ਕਰ ਲਈ। ਪਰ ਸਕਸੈਸ ਹਾਸਲ ਕਰਨ ਦਾ ਗੁਰੂ ਨਾਨਕ ਦਾ ਪੈਰਾਮੀਟਰ ਐਸਾ ਨਹੀਂ। ਇੱਥੇ ਮੇਰੇ ਸਤਿਗੁਰੂ ਜੀ ਨੇ ਇੱਕ ਬਚਨ ਵੀ ਉਚਾਰਨ ਕੀਤਾ, ਸੱਸੈ ਸੋਏ ਸ੍ਰਿਸ਼ਟ ਜਿਨ ਸਾਜੇ,
ਸਭਨਾ ਸਾਹਿਬ ਏਕ ਭਇਆ, ਸੇਵਤ ਰਹਿ ਚਿਤ ਜਿਨ ਕਾ ਲਾਗਾ, ਆਇਆ ਤਿਨ ਕਾ ਸਫਲ ਭਇਆ। ਮਹਾਰਾਜ ਕਹਿੰਦੇ ਸਫਲ ਉਹ ਨਹੀਂ ਜਿਹੜਾ ਉੱਚੇ ਅਹੁਦਿਆਂ ਤੇ ਪਹੁੰਚ ਗਿਆ, ਸਫਲ ਆਉਣਾ ਉਹਦਾ ਹੈ ਜਿਹੜਾ ਪਰਮਾਤਮਾ ਦੀ ਯਾਦ ਨਾਲ ਜੁੜ ਗਿਆ। ਅੱਜ ਤੁਸੀਂ ਆਪਾਂ ਦੁਨੀਆ ਦੇ ਵਿੱਚ ਦੇਖ ਲਈਏ, ਦੁਨੀਆ ਦੇ ਵਿੱਚ ਕਲੈਕਟਰ ਵੀ ਬਹੁਤ ਬਣ ਗਏ ਨੇ, ਮੰਤਰੀ ਵੀ ਬਹੁਤ ਬਣ ਗਏ ਨੇ, ਦੇਸ਼ਾਂ ਦੇ ਰਾਜੇ ਵੀ ਬਹੁਤ ਬਣ ਗਏ ਨੇ, ਪਰ ਸਮਾਜ ਦੇ ਵਿੱਚ ਫਿਰ ਵੀ ਲੜਾਈਆਂ ਝਗੜੇ ਤੇ ਸਮਾਜ ਦਾ ਕੋਈ ਖਾਸ ਸੁਧਾਰ ਨਹੀਂ ਹੋ ਰਿਹਾ। ਕਾਰਨ ਕਾਰਨ ਇਹ ਕਿ ਸਮਾਜ ਨੇ ਉੱਚੇ ਅਹੁਦਿਆਂ ਵਾਲੇ ਤਾਂ ਬਹੁਤ ਬਣਾ ਲਏ, ਪਰ ਚੰਗੇ ਇਨਸਾਨ ਨਹੀਂ ਬਣਾ ਪਾਏ, ਗੁਰੂ ਵਾਲੇ ਨਹੀਂ ਬਣਾ ਪਾਏ। ਤੇ ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਦੇ ਵਿੱਚ ਇਹ ਸਿਖਾਇਆ ਹੈ ਕਿ ਤੇ ਅਧਿਆਪਕ ਆਪਣੇ ਮੁੱਢ ਤੋਂ ਹੀ ਬੱਚਿਆਂ ਨੂੰ ਇਹ ਸਿਖਾ ਦੇਣ ਕਿ ਨੌਕਰੀਆਂ ਤੇ ਲੱਗਣਾ ਜ਼ਰੂਰ ਹੈ, ਅਹੁਦਿਆਂ ਤੇ ਪਹੁੰਚਣਾ ਜ਼ਰੂਰ ਹੈ, ਪਰ ਉਸ ਤੋਂ ਪਹਿਲਾਂ ਅਸੀਂ ਚੰਗੇ ਇਨਸਾਨ ਬਣਨਾ ਹੈ। ਔਰ ਜੇ ਅਸੀਂ ਉਸ ਤੋਂ ਪਹਿਲਾਂ ਚੰਗੇ ਇਨਸਾਨ ਬਣ ਗਏ ਤਾਂ ਡਾਕਟਰ ਬਣ ਕੇ ਕਦੀ ਬੇਈਮਾਨੀ ਨਹੀਂ ਕਰਨਗੇ। ਇੱਥੇ ਉੱਚੇ ਅਹੁਦਿਆਂ ਤੇ ਪਹੁੰਚਣ ਵਾਲੇ ਕਦੀ ਬੇਇਨਸਾਫੀ ਦੀ ਗੱਲਾਂ ਨਹੀਂ ਕਰਨਗੇ। ਤੇ ਗੁਰੂ ਨਾਨਕ ਸਾਹਿਬ ਨੇ ਇਹ ਸਮਾਜਿਕ ਪਹਿਲੂ ਵੀ ਸਿਖਾਇਆ। ਪੰਨ ਦੇ ਪਾਸ ਗਏ, ਉੱਥੇ ਇੱਕ ਘਟਨਾ ਮੌਲਵੀ ਪਾਸ ਵੀ ਦੇਖਣ ਨੂੰ ਮਿਲਦੀ। ਹਰ ਅਧਿਆਪਕ ਦੀ ਤਰ੍ਹਾਂ ਮੌਲਵੀ ਨੇ ਵੀ ਕੁਝ ਇਸ ਢੰਗ ਨਾਲ ਹੀ ਗੁਰੂ ਨਾਨਕ ਸਾਹਿਬ ਨੂੰ ਮੋਟੀਵੇਟ ਕੀਤਾ। ਫਾਰਸੀ ਸਿੱਖਣ ਗਏ ਸੀ ਮੌਲਵੀ ਪਾਸ, ਫਾਰਸੀ ਦਾ ਅਧਿਆਪਕ ਸੀ ਇਹ ਮੌਲਵੀ, ਤੇ ਇਹ ਮੌਲਵੀ ਵੀ ਇਸ ਢੰਗ ਨਾਲ ਮੋਟੀਵੇਟ ਕਰਦਾ ਹੈ, ਨਾਨਕ ਤੂੰ ਫਾਰਸੀ ਸਿੱਖ, ਜੇ ਤੂੰ ਫਾਰਸੀ ਸਿੱਖੇਗਾ, ਭਾਸ਼ਾਵਾਂ ਦਾ ਗਿਆਨ ਹੋਵੇਗਾ, ਤਾਂ ਲੋਕ ਤੇਰੇ ਪਿੱਛੇ ਚੱਲਣਗੇ, ਲੋਕ ਤੇਰੀਆਂ ਗੱਲਾਂ ਕਰਨਗੇ, ਲੋਕ ਤੇਰੀ ਸ਼ੋਭਾ ਕਰਨਗੇ। ਗੁਰੂ ਨਾਨਕ ਸਾਹਿਬ ਨੇ ਹੱਥ ਜੋੜੇ ਤੇ ਕਹਿਣ ਲੱਗੇ, ਮੌਲਵੀ ਜੀ ਠੀਕ ਹੈ, ਮੈਂ ਪੜ੍ਹਾਈ ਕਰਨੀ ਹੈ, ਭਾਸ਼ਾਵਾਂ ਸਿੱਖਣੀਆਂ ਨੇ, ਪਰ ਇਹ ਗੱਲ ਯਾਦ ਰੱਖਿਓ, ਵਿਦਿਆ ਲੋਕਾਂ ਨੂੰ ਪਿੱਛੇ ਲਾਉਣ ਦਾ ਸਾਧਨ ਨਹੀਂ, ਵਿਦਿਆ ਲੋਕਾਂ ਤੋਂ ਗੱਲਾਂ ਕਰਾਉਣ ਦਾ ਸਾਧਨ ਨਹੀਂ, ਵਿਦਿਆ ਤਾਂ ਪਰਉਪਕਾਰ ਕਰਨ ਦਾ ਸਾਧਨ। ਅਸੀਂ ਵਿਦਿਆ ਇਸ ਕਰਕੇ ਨਹੀਂ ਹਾਸਲ ਕਰਨੀ ਕਿ ਲੋਕ ਸਾਡੀਆਂ ਗੱਲਾਂ ਕਰਨ, ਸਾਡੀ ਸ਼ੋਭਾ ਕਰੇ। ਅਸੀਂ ਵਿਦਿਆ ਇਸ ਕਰਕੇ ਹਾਸਲ ਕਰੀਏ ਤਾਂ ਕਿ ਵਿਦਿਆ ਹਾਸਲ ਕਰਕੇ, ਉਸ ਵਿਦਿਆ ਦੀ ਵਰਤੋਂ ਕਰਕੇ ਅਸੀਂ ਆਪਣੇ ਆਪ ਦਾ ਤੇ ਸਮਾਜ ਦਾ ਭਲਾ ਕਰ ਸਕੀਏ। ਤੇ ਗੁਰੂ ਨਾਨਕ ਸਾਹਿਬ ਦੇ ਇਸ ਜੀਵਨ ਨੇ ਸਾਨੂੰ ਇਹ ਸਿਖਾਇਆ ਹੈ ਕਿ ਉੱਚਿਆਂ ਅਹੁਦਿਆਂ ਤੇ ਪਹੁੰਚਣਾ ਹੈ। ਧਰਮ ਕਦੀ ਵੀ ਸਾਨੂੰ ਦੁਨਿਆਵੀ ਤਰੱਕੀ ਕਰਨ ਤੋਂ ਨਹੀਂ ਰੋਕਦਾ। ਮਹਾਰਾਜ ਕਹਿੰਦੇ ਤੁਸੀਂ ਦੁਨਿਆਵੀ ਤਰੱਕੀ ਕਰੋ, ਪਰ ਕੇਵਲ ਦੁਨਿਆਵੀ ਤਰੱਕੀ ਨੂੰ ਸਫਲਤਾ ਨਾ ਸਮਝ ਲਿਓ। ਦੁਨਿਆਵੀ ਤਰੱਕੀ ਦੇ ਨਾਲ ਪਰਮਾਤਮਾ ਦੀ ਯਾਦ ਹੈ ਔਰ ਆਪਣੇ ਫਰਜ਼ ਸਹੀ ਨਿਭਾ ਰਹੇ ਆ, ਇਹਨੂੰ ਅਸਲੀ ਤਰੱਕੀ ਤੇ ਸਫਲਤਾ ਸਮਝੇ। ਗੁਰਬਾਣੀ ਦੇ ਨਾਲ ਸਾਂਝ ਪਾਈਏ। ਤੇ ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਇਹ ਸਪਸ਼ਟ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਹ ਸਪਸ਼ਟ ਕੀਤਾ ਹੈ ਕਿ ਸਫਲਤਾ ਕਦੀ ਵੀ ਪਦਾਰਥਾਂ ਦੇ ਨਾਲ ਨਹੀਂ, ਅਹੁਦਿਆਂ ਦੇ ਨਾਲ ਨਹੀਂ, ਸਫਲਤਾ ਤਾਂ ਪਰਮਾਤਮਾ ਦੀ ਯਾਦ ਨਾਲ ਔਰ ਚੰਗੇ ਗੁਣਾਂ ਨੂੰ ਧਾਰਨ ਕਰਨ ਨਾਲ ਮਿਲਦੀ। ਇੱਕ ਪਾਸੇ ਮੇਰੇ ਸਤਿਗੁਰੂ ਜੀ ਨੇ ਇੱਕ ਸੀਨ ਕ੍ਰੀਏਟ ਕੀਤਾ। ਮਹਾਰਾਜ ਕਹਿੰਦੇ ਮੰਨ ਲਓ ਕੋਈ ਉੱਚੇ ਅਹੁਦੇ ਤੇ ਪਹੁੰਚ ਗਿਆ, ਉਹਨੂੰ ਦੁਨਿਆਵੀ ਫੈਸਿਲਿਟੀਜ਼ ਬਹੁਤ ਮਿਲ ਗਈਆਂ, ਉਹਦਾ ਸੋਹਣਾ ਘਰ ਹੈ, ਤੇ ਸਤਿਗੁਰੂ ਜੀ ਨੇ ਉਸ ਵਕਤ ਜਿਵੇਂ ਸੋਹਣੇ ਘਰ ਬਣਦੇ ਸੀ ਉਵੇਂ ਦਾ ਦ੍ਰਿਸ਼ ਪੇਸ਼ ਕੀਤਾ ਹੈ। ਮਹਾਰਾਜ ਕਹਿੰਦੇ ਮੰਨ ਲਓ ਉਹਨਾਂ ਸੋਹਣੇ ਘਰਾਂ ਤੇ ਚੰਦਨ ਦਾ ਲੇਪਨ ਹੋਵੇ, ਖੁਸ਼ਬੂਦਾਰ ਘਰ ਹੋਣ, ਉਹਦੇ ਘਰ ਦੌਲਤ ਸ਼ੋਹਰਤ ਹੋਵੇ, ਹੀਰੇ ਜਵਾਹਰਾਤ ਹੋਣ, ਲੋਕ ਉਹਦੀਆਂ ਗੱਲਾਂ ਕਰਦੇ ਹੋਵੇ, ਤੇ ਜੋ ਉਹ ਮਨ ਦੇ ਵਿੱਚ ਸੋਚੇ ਉਸੇ ਵਕਤ ਉਹਦੀ ਖੁਆਇਸ਼ ਪੂਰੀ ਹੁੰਦੀ ਹੋਵੇ। ਮਹਾਰਾਜ ਕਹਿੰਦੇ ਇੰਨੀਆਂ ਸਹੂਲਤਾਂ ਕਿਸੇ ਕੋਲ ਹੋਣ, ਇਹਨੂੰ ਭੁੱਲ ਕੇ ਵੀ ਸਫਲਤਾ ਨਾ ਸਮਝ ਲਿਓ। ਇਹ ਕੁਝ ਲੈ ਕੇ ਵੀ ਜੇ ਬੰਦੇ ਦੇ ਅੰਦਰ ਪਰਮਾਤਮਾ ਦੀ ਯਾਦ ਨਹੀਂ, ਇਨਸਾਨੀਅਤ ਨਹੀਂ, ਚੰਗੇ ਗੁਣ ਨਹੀਂ, ਤਾਂ ਇੰਨੇ ਕੁਝ ਲੈ ਕੇ, ਇੰਨੇ ਦੁਨਿਆਵੀ ਪਦਾਰਥ ਲੈ ਕੇ ਵੀ ਮੈਂ ਉਹਨੂੰ ਗੰਦਗੀ ਦਾ ਕੀੜਾ ਮੰਨਦਾ, ਉਹਨੂੰ ਕਦੀ ਸਫਲ ਨਹੀਂ ਮੰਨਣਾ। ਸਤਿਗੁਰੂ ਜੀ ਦਾ ਬਚਨ ਹੈ, ਸੁੰਦਰ ਸੇਜ ਅਨੇਕ ਸੁਖ ਰਸ ਭੋਗਨ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਣਦਾ ਕਿਛ ਨਾਹੇ ਵਸੂਰੇ। ਪਰ ਮਹਾਰਾਜ ਕਹਿੰਦੇ ਸੋ ਪ੍ਰਭ ਚੇਤਨ ਆਵਈ ਵਿਸ਼ਟਾ ਕੇ ਕੀਰੇ। ਜੇ ਇੰਨਾ ਕੁਝ ਲੈ ਕੇ ਪਰਮਾਤਮਾ ਦੀ ਯਾਦ ਨਹੀਂ ਤਾਂ ਵਿਸ਼ਟਾ ਕਾ ਕੀੜਾ ਹੈ, ਭਾਵ ਗੰਦਗੀ ਕਾ ਕੀੜਾ ਹੈ, ਉਹਨੂੰ ਸਫਲ ਨਹੀਂ ਮੰਨਦਾ। ਦੂਜੇ ਪਾਸੇ ਮਹਾਰਾਜ ਨੇ ਇਹਦੇ ਤੋਂ ਉਲਟ, ਇਹਦੇ ਤੋਂ ਆਪੋਜ਼ਿਟ ਦ੍ਰਿਸ਼ ਵੀ ਪੇਸ਼ ਕੀਤਾ। ਮਹਾਰਾਜ ਕਹਿੰਦੇ ਦੂਜੇ ਪਾਸੇ ਆਮ ਤੌਰ ਤੇ ਦੁਨੀਆ ਦੇ ਵਿੱਚ ਜੇ ਕੋਈ ਉੱਚੀ ਨੌਕਰੀ ਤੇ ਨਹੀਂ ਨਾ ਪਹੁੰਚ ਸਕਿਆ, ਅਸੀਂ ਕਹਿ ਦਿੰਦੇ ਆ ਵੀ ਇਹ ਬੰਦਾ ਸਫਲ ਨਹੀਂ ਹੋ ਸਕਿਆ ਜ਼ਿੰਦਗੀ ਦੇ ਵਿੱਚ। ਕੋਈ ਕੱਖਾਂ ਦੀ ਕੁੱਲੀ 'ਚ ਰਹਿ ਕੇ, ਟੁੱਟੇ ਜਿਹੇ ਘਰ 'ਚ ਰਹਿ ਕੇ ਗੁਜ਼ਾਰਾ ਕਰ ਰਿਹਾ, ਤੇ ਆਮ ਹੀ ਲੋਕ ਗੱਲਾਂ ਕਰ ਦਿੰਦੇ ਨੇ ਵੀ ਇਹ ਤਾਂ ਬੰਦਾ ਭਿਖਾਰੀ ਆ ਜੀ, ਜ਼ਿੰਦਗੀ 'ਚ ਸਫਲ ਨਹੀਂ ਹੋਇਆ। ਤੇ ਗੁਰੂ ਸਾਹਿਬ ਨੂੰ ਪੁੱਛੇ ਮਹਾਰਾਜ ਕੀ ਇਹਨੂੰ ਸਫਲ ਨਹੀਂ ਮੰਨਦੇ? ਤੇ ਮਹਾਰਾਜ ਨੇ ਇੱਥੇ ਵੀ ਇੱਕ ਦ੍ਰਿਸ਼ ਪੇਸ਼ ਕੀਤਾ ਹੈ। ਮਹਾਰਾਜ ਕਹਿੰਦੇ ਮੰਨ ਲਓ ਕੋਈ ਟੁੱਟੀ ਝੋਂਪੜੀ 'ਚ ਰਹਿੰਦਾ, ਟੁੱਟੇ ਘਰ 'ਚ ਰਹਿੰਦਾ,
ਉਹਦਾ ਚਿਹਰਾ ਸੋਹਣਾ ਨਹੀਂ, ਉਹਦਾ ਰੰਗ ਰੂਪ ਸੋਹਣਾ ਨਹੀਂ, ਉਹਦੀ ਉੱਚੀ ਜਾਤ ਕਾਸਟ ਨਹੀਂ, ਉਹਦੇ ਕੋਲ ਸੋਹਣਾ ਪਰਿਵਾਰ ਨਹੀਂ ਹੈਗਾ, ਕੋਈ ਰਿਸ਼ਤੇਦਾਰ ਨਹੀਂ, ਕੋਈ ਸੱਜਣ ਮਿੱਤਰ ਨਹੀਂ, ਕੋਈ ਫੈਸਿਲਿਟੀ ਕੋਲ ਨਹੀਂ, ਕੋਈ ਪਦਾਰਥ ਨਹੀਂ, ਕੋਈ ਅਹੁਦਾ ਨਹੀਂ, ਪਰ ਜੇ ਇਸੇ ਹਾਲਾਤ ਹੋ ਕੇ ਵੀ ਉਹਦੇ ਅੰਦਰ ਪਰਮਾਤਮਾ ਦੀ ਯਾਦ ਹੈ ਔਰ ਚੰਗੇ ਗੁਣ ਨੇ, ਤਾਂ ਇਹੋ ਜਿਹੇ ਬੁਰੇ ਹਾਲਾਤਾਂ ਦੇ ਵਿੱਚ ਰਹਿ ਕੇ ਵੀ ਉਹ ਪੂਰੀ ਸ੍ਰਿਸ਼ਟੀ ਦਾ ਰਾਜਾ ਹੈ, ਉਹਨੂੰ ਭੁੱਲ ਕੇ ਭਿਖਾਰੀ ਨਾ ਸਮਝ ਲਈ। ਮਹਾਰਾਜ ਨੇ ਬਚਨ ਕੀਤਾ, ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰ ਮਿੰਨਾ, ਮਿੱਤਰ ਨਾ ਇੱਠ ਧਨ ਰੂਪਹੀਨ ਕਿਛ ਸਾਕ ਨਾ ਸਿੰਨਾ। ਪਰ ਮਹਾਰਾਜ ਕਹਿੰਦੇ ਰਾਜਾ ਸਗਲੀ ਸ੍ਰਿਸ਼ਟ ਕਾ ਜਿਨ ਨਾਮ ਹਰ ਪਿੰਨਾ, ਤਿਨ ਕੀ ਧੂੜ ਮਨ ਉਦਰੈ ਪ੍ਰਭ ਹੋਏ ਸੋ ਪ੍ਰਸੰਨ। ਮਹਾਰਾਜ ਕਹਿੰਦੇ ਭਾਵੇਂ ਉਹਦੇ 72 ਹਾਲਾਤ ਨੇ, ਪਰ ਜੇ ਅੰਦਰ ਪਰਮਾਤਮਾ ਦੀ ਯਾਦ ਹੈ, ਚੰਗੇ ਗੁਣ ਨੇ, ਪੂਰੀ ਸ੍ਰਿਸ਼ਟੀ ਦਾ ਰਾਜਾ ਹੈ, ਕਦੀ ਉਹਨੂੰ ਭਿਖਾਰੀ ਨਹੀਂ ਸਮਝ ਸਕਦਾ। ਬਹੁਤ ਖੂਬ। ਮੈਂ ਇੱਥੇ ਦਰਸ਼ਕਾਂ ਦੇ ਨਾਲ ਇੱਕ ਗੱਲ ਸਾਂਝੀ ਕਰਾਂ ਕਿ ਅਕਸਰ ਕਈ ਵਾਰੀ ਇਹ ਦੋ ਸਾਖੀਆਂ ਵੀਰ ਜੀ ਹੋਰਾਂ ਨੇ ਤੁਹਾਨੂੰ ਸਾਂਝੀਆਂ ਕੀਤੀਆਂ ਬੜੇ ਸੰਖੇਪ ਸ਼ਬਦਾਂ ਦੇ ਵਿੱਚ। ਪਾਂਦੇ ਪਾਸ ਪੜ੍ਹਨ ਗਏ, ਫਿਰ ਮੌਲਵੀ ਪਾਸ ਪੜ੍ਹਨ ਗਏ। ਆਮ ਤੌਰ ਤੇ ਕਈ ਵਾਰੀ ਇਹਨਾਂ ਸਾਖੀਆਂ ਨੂੰ ਇਦਾਂ ਪੇਸ਼ ਕਰ ਦਿੱਤਾ ਜਾਂਦਾ, ਪਤਾ ਨਹੀਂ ਪਹਿਲੇ ਦਿਨ ਹੀ ਗੁਰੂ ਪਾਤਸ਼ਾਹ ਨੇ ਇੱਕ ਓਂਕਾਰ ਲਿਖਿਆ ਤੇ ਪੜ੍ਹਾਈ ਛੱਡ ਦਿੱਤੀ। ਐਸਾ ਨਹੀਂ ਹੈ। ਅਸੀਂ ਇਤਿਹਾਸ ਵਿੱਚ ਥੋੜਾ ਜਿਹਾ ਝਾਤੀ ਮਾਰੀਏ ਤਾਂ ਜਦੋਂ ਗੁਰੂ ਪਾਤਸ਼ਾਹ ਪਾਂਦੇ ਗੋਪਾਲ ਦਾਸ ਕੋਲ ਜਾਂਦੇ ਨੇ ਤੇ ਉਮਰ 5 ਸਾਲ ਹੈ, ਤੇ ਜਦੋਂ ਮੌਲਵੀ ਕੋਲ ਜਾਂਦੇ ਨੇ ਤੇ ਉਮਰ ਜਿਹੜੀ ਹੈ ਉਹ 12-13 ਸਾਲ ਦੀ ਲਿਖੀ ਹੋਈ ਹੈ। ਇਹਦਾ ਮਤਲਬ 5-6 ਸਾਲ ਉਹ ਸਬਜੈਕਟ ਜਿਹੜੇ ਹੈ ਕਵਰ ਅਪ ਕੀਤੇ ਨੇ। ਦੂਸਰੀ ਬਾਤ, ਅੱਜ ਦੇ ਯੁੱਗ ਵਿੱਚ ਜੋ ਸਿਲੇਬਸ ਹੈ, ਸਿਲੇਬਸ ਨੂੰ ਟਾਈਮ ਪੀਰੀਅਡ ਦੇ ਨਾਲ, ਡਿਊਰੇਸ਼ਨ ਦੇ ਨਾਲ ਜੋੜਿਆ ਜਾਂਦਾ ਵੀ ਇੰਨਾ ਸਿਲੇਬਸ 1 ਸਾਲ ਦੇ ਵਿੱਚ ਪੜ੍ਹਾਉਣਾ ਹੈ। ਚਾਹੇ ਉਹ ਬੱਚਾ 1 ਸਾਲ ਵਿੱਚ ਮਸਾਂ ਰੋ ਪਿੱਟ ਕੇ ਪੂਰਾ ਕਰਦਾ ਹੋਵੇ ਤੇ ਚਾਹੇ ਕੋਈ 1 ਮਹੀਨੇ 'ਚ ਪੜ੍ਹਨ ਵਾਲਾ ਹੋਵੇ, ਪਰ ਅਸੀਂ ਉਸਨੂੰ ਸਾਲ ਦੇ ਸਮੈਸਟਰ ਵਿੱਚ ਫਿੱਟ ਕਰਦੇ ਹਾਂ। ਉਹਨਾਂ ਜ਼ਮਾਨਿਆਂ 'ਚ ਇਦਾਂ ਨਹੀਂ ਸੀ ਹੁੰਦਾ। ਉਹਨਾਂ ਜ਼ਮਾਨਿਆਂ 'ਚ ਹੁੰਦਾ ਸੀ ਕਿ ਜਿਹੜਾ ਬੱਚਾ ਜਿੰਨਾ ਕਵਰ ਅਪ ਕਰ ਗਿਆ ਉਸ ਤੋਂ ਬਾਅਦ ਉਹਨੂੰ ਦੂਸਰਾ ਕਰਾ ਦਿੱਤਾ ਜਾਂਦਾ ਸੀ। ਤੇ ਦੇਖੋ ਇਤਿਹਾਸ ਅੰਦਰ ਲਿਖਿਆ ਹੈ ਕਿ ਸ਼ੁਰੂਆਤ ਦੇ ਵਿੱਚ ਗੋਪਾਲ ਦਾਸ ਵੱਲੋਂ ਗੁਰੂ ਨਾਨਕ ਪਾਤਸ਼ਾਹ ਦੇ ਪਿਤਾ ਜੀ ਬਾਰੇ ਆਉਂਦਾ ਹੈ ਕਿ ਤੁਹਾਡਾ ਬੱਚਾ ਬੜਾ ਸ਼ਾਰਪ ਹੈ, ਸਾਰੇ ਬੱਚਿਆਂ ਨਾਲੋਂ ਪਹਿਲਾਂ ਜਿਹੜਾ ਹੈ ਉਹ ਯਾਦ ਕਰ ਲੈਂਦਾ ਹੈ, ਤੇ ਇਸ ਲਈ ਉਹ ਸਾਰਾ ਜਿਹੜਾ ਸਿਲੇਬਸ ਸੀ ਕਵਰ ਅਪ ਕਰਵਾਇਆ ਗਿਆ। ਜਦੋਂ ਸਾਰਾ ਸਿਲੇਬਸ ਕਵਰ ਅਪ ਹੋਇਆ, ਉਸ ਤੋਂ ਬਾਅਦ ਗੁਰੂ ਪਾਤਸ਼ਾਹ ਨੇ ਸਵਾਲ ਰੱਖਿਆ ਹੈ ਕਿ ਇਹ ਜਿਹੜੀ ਪੜ੍ਹਾਈ ਹੈ ਕਿਸ ਕੰਮ ਆਏਗੀ। ਤਾਂ ਗੋਪਾਲ ਦਾਸ ਟੀਚਰ ਕਹਿੰਦਾ ਹੈ ਕਿ ਤੈਨੂੰ ਨੌਕਰੀ ਮਿਲ ਜਾਏਗੀ, ਇਹਦੇ ਨਾਲ ਤੇਰੀਆਂ ਤਰੱਕੀਆਂ ਹੋਣਗੀਆਂ, ਜੀਵਨ ਸਫਲ ਹੋਏਗਾ। ਗੁਰੂ ਪਾਤਸ਼ਾਹ ਕਹਿੰਦੇ ਇਹ ਪੜ੍ਹਾਈ ਤਰੱਕੀਆਂ ਤੇ ਕਰੇਗੀ, ਪਰ ਅੰਦਰ ਗੁਣਾਂ ਦੀਆਂ ਤਰੱਕੀਆਂ ਕਿਵੇਂ ਹੋਣ, ਅੰਦਰ ਭਾਵਨਾਵਾਂ ਦੀਆਂ ਤਰੱਕੀਆਂ ਕਿਵੇਂ ਹੋਣ, ਉਹ ਕਿਵੇਂ ਹੋਏਗਾ। ਉਹ ਕਹਿਣ ਲੱਗੇ ਜੀ ਇਹ ਪੜ੍ਹਾਈ ਤਾਂ ਦੁਨਿਆਵੀ ਤਰੱਕੀਆਂ ਕਰਾਉਂਦੀ ਹੈ। ਤੇ ਗੁਰੂ ਪਾਤਸ਼ਾਹ ਨੇ ਫਿਰ ਗੁਰਬਾਣੀ ਰਾਹੀਂ ਪਾਂਦੇ ਨੂੰ ਵੀ ਐਸੇ ਬਚਨ ਕਹੇ, ਪਾਂਦਾ ਵੀ ਸ਼ਰਧਾਲੂ ਬਣ ਗਿਆ। ਸੇਮ ਚੀਜ਼ ਫਿਰ ਮੌਲਵੀ ਨਾਲ ਹੋਈ ਹੈ। ਇਸ ਨੂੰ ਤੁਸੀਂ 2 ਤਰੀਕਿਆਂ ਨਾਲ ਲੈ ਲਓ ਕਿ ਇੱਕ ਹੁੰਦੀ ਹੈ ਸਕੂਲ ਦੀ ਪੜ੍ਹਾਈ, ਇੱਕ ਕਾਲਜ ਦੀ ਐਜੂਕੇਸ਼ਨ ਹੁੰਦੀ ਹੈ। ਕਿਸੇ ਨੇ ਪੰਜਾਬ ਵਿੱਚ ਰਹਿਣਾ ਹੋਵੇ ਤੇ ਪੰਜਾਬੀ ਨਾਲ ਚੱਲ ਜਾਏਗਾ। ਜਦੋਂ ਉਹਨੇ ਬਾਹਰ ਆਉਣਾ ਤਾਂ ਉਹਨੂੰ ਇੰਗਲਿਸ਼ ਵੀ ਚਾਹੀਦੀ ਹੈ, ਉਹਨੂੰ ਹੋਰ ਗਿਆਨ ਵੀ ਚਾਹੀਦੇ ਨੇ। ਕਿਸੇ ਨੇ IT ਲਾਈਨ ਵਿੱਚ ਜਾਣਾ, ਕੰਪਿਊਟਰ ਦਾ ਗਿਆਨ ਚਾਹੀਦਾ ਹੈ। ਉਸ ਵੇਲੇ ਅਗਰ ਹਿੰਦੁਸਤਾਨ ਤੋਂ ਬਾਹਰ ਜਾਣਾ ਤੇ ਫਾਰਸੀ ਅਰਬੀ ਚਾਹੀਦੀ ਸੀ। ਤੇ ਮੌਲਵੀ ਦੇ ਕੋਲ ਫਿਰ ਗੁਰੂ ਪਾਤਸ਼ਾਹ ਜਾਂਦੇ ਨੇ, ਸੇਮ ਸਵਾਲ ਕਰਦੇ ਨੇ। ਇਸ ਲਈ ਅੱਜ ਦੀ ਵੀਰ ਜੀ ਹੋਰਾਂ ਦੀ ਸਾਖੀ ਚੋਂ ਸਾਨੂੰ ਇੱਕ ਚੀਜ਼ ਸਿੱਖਿਆ ਮਿਲਦੀ ਹੈ, ਅਸੀਂ ਬੱਚਿਆਂ ਦੇ ਅੰਦਰ ਇੱਕ ਚੀਜ਼ ਭਰ ਦਈਏ। 2 ਚੀਜ਼ਾਂ ਨੇ। ਇੱਕ ਹੁੰਦਾ ਹੈ ਕਿ ਐਜੂਕੇਸ਼ਨ ਪ੍ਰਾਪਤ ਕੀਤੀ ਹੈ, ਉਸ ਤੋਂ ਬਾਅਦ ਕੋਈ ਜੌਬ ਲੱਗ ਗਈ ਹੈ ਜਾਂ ਫਿਰ ਬਿਜ਼ਨਸ ਲੱਗ ਗਿਆ ਹੈ, ਬਿਜ਼ਨਸ ਮਿਲ ਗਿਆ ਹੈ, ਇਹ ਤਾਂ ਹੈ ਇੱਕ ਦੁਨਿਆਵੀ ਤਰੱਕੀ। ਉਸ ਤੋਂ ਬਾਅਦ ਹੈ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਹੋਣਾ, ਜੋ ਵੀਰ ਜੀ ਨੇ ਕਿਹਾ ਇੱਕ ਇਨਸਾਨੀਅਤ ਹੋਣੀ, ਔਰ ਉਸ ਨੂੰ ਇਮਾਨਦਾਰੀ ਦੇ ਨਾਲ ਆਪਣਾ ਜੋ ਵੀ ਰੁਜ਼ਗਾਰ ਹੈ, ਜੋ ਵੀ ਕਿਰਤ ਹੈ, ਉਸ ਨੂੰ ਆਪਾ ਵਾਰ ਕੇ ਜਨੂਨ, ਲਗਨ ਤੇ ਪ੍ਰੇਮ ਦੇ ਨਾਲ ਨਿਭਾਉਣਾ। ਇਹ ਹੈ ਇੱਕ ਮਨੁੱਖੀ ਤਰੱਕੀ। ਇੱਕ ਦੁਨਿਆਵੀ ਤਰੱਕੀ ਆ ਗਈ, ਇੱਕ ਮਨੁੱਖਤਾ ਦੇ ਤੌਰ ਤੇ ਤਰੱਕੀ ਆ ਗਈ। ਤੀਸਰੀ ਹੈ ਗੁਰਸਿੱਖੀ ਦੀ ਤਰੱਕੀ। ਉਸ ਪ੍ਰਤੀ ਮੈਂ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਨੀ ਚਾਹਾਂਗਾ, ਵਿਸ਼ੇਸ਼ ਤੌਰ ਤੇ ਸਾਡੇ ਬੱਚਿਆਂ ਨੂੰ ਬੇਨਤੀ ਕਰਨੀ ਚਾਹਾਂਗਾ, ਕਿਸੇ ਵੀ ਖੇਤਰ ਵਿੱਚ ਜਾਓ, ਨੰਬਰ 1 ਤਾਂ ਐਕਸਪਰਟ ਬਣੋ, ਆਪਾ ਵਾਰ ਦਿਓ, ਉਸ ਲਈ ਪੂਰਨ ਗੁਰਸਿੱਖ ਬਣੋ, ਦੁਨੀਆ ਦੇ ਲਈ ਆਈਕੋਨ ਬਣੋ। ਜਦੋਂ ਤੁਸੀਂ ਐਕਸਪਰਟ ਬਣ ਕੇ ਆਈਕੋਨ ਬਣੋਗੇ ਤਾਂ ਆਪਣੇ ਆਪ ਤੁਹਾਡੇ ਵਿੱਚੋਂ ਦੀ ਲੋਕਾਂ ਦਾ ਧਿਆਨ ਕੌਮ ਵੱਲ ਜਾਏਗਾ। ਕੈਨੇਡਾ ਦੇ ਵਿੱਚ ਪਰਮ ਸਤਿਕਾਰਯੋਗ ਪਿਆਰੇ ਵੀਰ ਸਰਦਾਰ ਹਰਜੀਤ ਸਿੰਘ ਜੀ ਸਾਜਨ ਡਿਫੈਂਸ ਮਿਨਿਸਟਰ ਬਣਦੇ ਨੇ। ਉਹਨਾਂ ਦੀ ਇਮਾਨਦਾਰੀ, ਉਹਨਾਂ ਦਾ ਕੰਮ ਕਰਨ ਦਾ ਤਰੀਕਾ, ਆਪਣੇ ਕੰਮ ਨੂੰ ਫੁੱਲੀ ਡੈਡੀਕੇਟਡ ਹੋਣਾ, ਸਮਰਪਿਤ ਭਾਵਨਾ, ਇੱਕ ਜਨੂਨ, ਇੱਕ ਲਗਨ, ਇੱਕ ਇਮਾਨਦਾਰੀ, ਇਹਦੇ ਨਾਲ ਜਿੱਥੇ ਸਰਦਾਰ ਹਰਜੀਤ ਸਿੰਘ ਸਾਜਨ ਦਾ ਬਤੌਰ ਸਿੱਖ ਇੱਕ ਕੱਦ ਬੁੱਤ
ਦੁਨੀਆ ਤੇ ਹੋਇਆ, ਉਹਦੇ ਵਿੱਚੋਂ ਦੀ ਸਿੱਖ ਕੌਮ ਦਾ ਦਸਤਾਰ ਦਾ ਨਾਮ ਵੀ ਰੋਸ਼ਨ ਹੋਇਆ। ਬਹੁਤ ਹੀ ਥੋੜੇ ਸ਼ਬਦਾਂ ਵਿੱਚ ਵੀਰ ਜੀ ਹੋਰਾਂ ਨੇ 2 ਸਾਖੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸਮਾਂ ਇਜਾਜ਼ਤ ਨਹੀਂ ਦਿੰਦਾ, ਜੀ ਕਰਦਾ ਸੀ ਇੱਕ ਸਾਖੀ ਤੁਹਾਡੇ ਤੋਂ ਅੱਜ ਹੋਰ ਸੁਣ ਲਈ ਜਾਵੇ। ਅਗਲੇ ਹਫਤੇ ਨਵੀਂ ਸਾਖੀ ਦੇ ਰਾਹੀਂ ਤੁਹਾਡੀ ਸਾਂਝ ਦਰਸ਼ਕਾਂ ਦੇ ਨਾਲ ਪਏਗੀ। ਤੁਹਾਨੂੰ ਜੀਓ ਆਇਆਂ ਨੂੰ। ਦਰਸ਼ਕ ਬਹੁਤ ਪਸੰਦ ਕਰ ਰਹੇ ਨੇ ਤੁਹਾਡਾ ਤਰੀਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਸਨ ਪਿਆਰੇ ਵੀਰ ਇੰਜੀਨੀਅਰ ਹਰਜੋਤ ਸਿੰਘ ਜੀ, ਜੋ ਕਿ ਗੁਰੂ ਗਿਆਨ ਟੀਵੀ ਚੈਨਲ ਰਾਹੀਂ ਹਰੇਕ ਸ਼ੁੱਕਰਵਾਰ ਨੂੰ ਬਾਬਾਣੀਆਂ ਕਹਾਣੀਆਂ ਪੁੱਤ ਕਰੇਨ ਐਪੀਸੋਡ ਦੇ ਵਿੱਚ ਇੱਕ ਸਾਖੀ ਬੱਚਿਆਂ ਨਾਲ ਸਾਂਝੀ ਕਰਦੇ ਨੇ। ਮੈਂ ਸਾਰੇ ਪੇਰੈਂਟਸ ਨੂੰ ਬੇਨਤੀ ਕਰਾਂਗਾ, ਵੀਕਐਂਡ ਦੇ ਉੱਪਰ ਆਪਣੇ ਬੱਚਿਆਂ ਦੇ ਨਾਲ ਬੈਠ ਕੇ ਇਹ ਵੀਡੀਓ ਦਿਖਾਓ, ਔਰ ਜਿਤਨੀ ਕੁ ਬੱਚਿਆਂ ਨੂੰ ਸਮਝ ਆ ਗਈ, ਵਾਹਿਗੁਰੂ ਦਾ ਸ਼ੁਕਰਾਨਾ ਹੈ। ਬਾਕੀ ਪੇਰੈਂਟਸ ਉਹਨਾਂ ਨੂੰ ਐਕਸਪਲੇਨ ਕਰ ਦੇਣ, ਉਹਨਾਂ ਨੂੰ ਸਵਾਲ ਪੁੱਛਣ, ਤੁਹਾਡਾ ਆਪਣਾ ਵੀ ਇੰਟਰਸਟ ਬਣੇਗਾ। ਤੁਹਾਡੇ ਬੱਚੇ ਤੁਹਾਡੇ ਨਾਲ ਬੈਠਣਗੇ, ਤੁਹਾਡੇ ਨਾਲ ਸਮਿਲਿਤ ਹੋਣਗੇ, ਤੁਹਾਡੇ ਨਾਲ ਉਹਨਾਂ ਦੀਆਂ ਭਾਵਨਾਵਾਂ ਜੁੜਨਗੀਆਂ ਔਰ ਗੁਰੂ ਵਿਰਸੇ ਬਾਰੇ ਜਾਣਨਗੇ। ਮੈਂ ਫਿਰ ਦੁਹਰਾਉਣਾ ਚਾਹਾਂਗਾ, ਜਿਹੜਾ ਬ੍ਰਿਕਸ਼ ਜੜ੍ਹਾਂ ਨਾਲ ਜੁੜਿਆ ਰਹਿ ਗਿਆ, ਉਹਦੇ ਪੱਤੇ ਹਰਿਆਵਲ ਭਰੇ ਹੁੰਦੇ ਨੇ, ਉਹਦਾ ਫਲ ਬੜਾ ਕਮਾਲ ਦਾ ਹੁੰਦਾ ਹੈ। ਜੇ ਜੜ ਤੋਂ ਬ੍ਰਿਕਸ਼ ਟੁੱਟ ਜਾਵੇ, ਪੱਤੇ ਮੁਰਝਾ ਜਾਂਦੇ ਨੇ, ਫਲ ਮੁਰਝਾ ਜਾਂਦੇ ਨੇ। ਇਸ ਲਈ ਗੁਰੂ ਗਿਆਨ ਟੀਵੀ ਵੱਲੋਂ ਇੱਕ ਨਿਮਾਣਾ ਜਿਹਾ ਯਤਨ ਕੀਤਾ ਗਿਆ ਕਿ ਸਾਡੀ ਆਉਣ ਵਾਲੀ ਪੀੜ੍ਹੀ ਤੱਕ ਗੁਰੂ ਵਿਰਸਾ ਪਹੁੰਚਾਇਆ ਜਾਵੇ। ਵੀਰ ਜੀ ਹਰਜੋਤ ਸਿੰਘ ਜੀ ਹਰ ਸ਼ੁੱਕਰਵਾਰ ਸ਼ਾਮ ਨੂੰ 5 ਵਜੇ ਬਾਬਾਣੀਆਂ ਕਹਾਣੀਆਂ ਪੁੱਤ ਕਰੇਨ ਦੇ ਵਿੱਚ ਸਾਡੇ ਦਰਸ਼ਕਾਂ ਦੇ ਰੂਬਰੂ ਹੁੰਦੇ ਨੇ। ਅਗਲੇ ਹਫਤੇ ਫਿਰ ਇਹ ਐਪੀਸੋਡ ਲੈ ਕੇ ਹਾਜ਼ਰ ਹੋਵਾਂਗੇ। ਸਾਰੇ ਦਰਸ਼ਕਾਂ ਨੂੰ ਬੇਨਤੀ ਹੈ, ਸਾਡੇ ਬਾਕੀ ਪ੍ਰੋਗਰਾਮ ਵੀ ਦੇਖਦੇ ਰਹਿਣਾ ਤੇ ਗੁਰੂ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਤਾਂ ਕਿ ਤੁਹਾਨੂੰ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਾਵੇ। ਔਰ ਇਸ ਨੂੰ ਸ਼ੇਅਰ ਕਰਨਾ ਆਪਣੀ ਫੇਸਬੁੱਕ ਪ੍ਰੋਫਾਈਲ ਤੇ, ਔਰ ਵਟਸਐਪ ਰਾਹੀਂ ਇਸ ਨੂੰ ਦੂਰ ਦੂਰ ਤੱਕ ਪਹੁੰਚਾਉਣਾ। ਤੁਹਾਡਾ ਸਾਰਿਆਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।